ਹੈਲੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੋਸਤ ਚਰਨਜੀਤ ਸਿੰਘ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਦੀਨਾਨਗਰ ਮੱਠ। ਮੇਰੇ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਕਿ ਮੱਠ ਦੇ ਅਸੀਂ ਖਲੋਤੇ ਹੋਏ ਹਾਂ ਤੇ ਅੱਜ ਆਪਾਂ ਕਰਾਂਗੇ ਮੱਠ ਦੀ ਸੈਰ। ਨਾਲੇ ਵੇਖਾਂਗੇ ਮੱਠ ਦੇ ਕਿਹੜੀਆਂ ਜੜੀ ਬੂਟੀਆਂ ਬਣਦੀਆਂ ਹਨ। ਬਹੁਤ ਹੀ ਤਗੜਾ ਮੈਡੀਸਨ ਇਹਨਾਂ ਦੇ ਹੈਗਾ ਜੀ। ਤੇ ਨਾਲੇ ਇਹਨਾਂ ਦੇ ਵੇਖਾਂਗੇ ਆਪਾਂ ਗਊਸ਼ਾਲਾ। ਤੇ ਆਓ ਚਲੀਏ ਅੱਜ ਕਰਨੇ ਆ ਫਿਰ ਮੱਠ ਦੀ ਆਪਾਂ ਸੈਰ। ਸੋ ਲੈਟਸ ਗੋ। ਤੇ ਇਹ ਗਾਇਸ ਹੈਗਾ ਜੀ ਆਪਣੇ ਮੱਠ ਦੇ ਬਾਹਰ ਦਾ ਜੀ ਦ੍ਰਿਸ਼। ਬਹੁਤ ਵਧੀਆ ਲੱਗ ਰਿਹਾ ਜੀ। ਤੇ ਵੀਰ ਜੀ ਇਹ ਮੱਠ ਦੀ ਖਾਸ ਗੱਲ ਇਹ ਹੈ ਕਿ ਇੱਥੇ ਇਹਨਾਂ ਦੇ ਇੰਸਟੀਚਿਊਟ ਵੀ ਹੈਗੇ ਸਵਾਮੀ ਸਰਵਾਨੰਦ ਇੰਸਟੀਚਿਊਟ। ਤੇ ਹੁਣ ਆਪਾਂ ਚੱਲਨੇ ਜੀ ਅੰਦਰ। ਤੇ ਆਹ ਵੀਰ ਜੀ ਇਹਨਾਂ ਦੀ ਫਾਰਮੈਸੀ। ਇਹ ਹੈਗਾ ਜੀ ਇਹਨਾਂ ਦਾ ਗੁਰੂਕੁਲ ਸਵਾਮੀ ਸਰਵਾਨੰਦ ਦਯਾਨੰਦ ਮੱਠ ਗੁਰੂਕੁਲ। ਤੇ ਇਹ ਹੈਗਾ ਜੀ ਗੁਰੂਕੁਲ। ਇੱਥੇ ਜੋ ਹੈ ਪੜ੍ਹਾਈ ਜਿਹੜੀ ਹੈ ਬੱਚਿਆਂ ਨੂੰ ਗਿਆਨ ਜੋ ਹੈ ਦਿੱਤਾ ਜਾਂਦਾ। ਇਹਨਾਂ ਦਾ ਆਫਿਸ ਹੈਗਾ ਤੇ ਇੱਥੋਂ ਦੀ ਕਲਾਸ ਹੈਗੀ ਹੈ ਜੀ। ਇੱਥੇ ਜੋ ਹੈ ਇੱਥੋਂ ਜਿਹੜੇ ਇਹਨਾਂ ਦੇ ਸ਼ਿਸ਼ੇ ਹੁੰਦੇ ਆ ਜੀ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਦਿੱਤਾ ਜਾਂਦਾ। ਸੰਸਕ੍ਰਿਤ ਦੇ ਸਲੋਕ ਦੱਸੇ ਜਾਂਦੇ ਨੇ ਇਹਨਾਂ ਨੂੰ। ਅਤੇ ਇਹਨਾਂ ਦੀ ਜਿਹੜੀ ਪੜ੍ਹਾਈ ਜਿਹੜੀ ਮੁਕੰਮਲ ਕੀਤੀ ਜਾਂਦੀ ਹੈ ਸੰਸਕ੍ਰਿਤ ਦੇ ਵਿੱਚ ਇੱਥੋਂ। ਅਤੇ ਆਹ ਦੋਸਤੋ ਹੈਗੀ ਜੀ ਇਹਨਾਂ ਦੀ ਯੱਗਸ਼ਾਲਾ। ਅਤੇ ਇੱਥੇ ਕਰਦੇ ਜੀ ਸਵੇਰੇ ਸਵੇਰੇ ਯੱਗ ਹਵਨ ਕਰਨ ਦਾ। ਇਹ ਹੈ ਜੀ ਇਹਨਾਂ ਦੇ ਇੱਕ ਤਾਂ ਵਾਤਾਵਰਨ ਸ਼ੁੱਧ ਰਹਿੰਦਾ ਅਤੇ ਇੱਕ ਚਲੋ ਪਰਮਾਤਮਾ ਦਾ ਵੀ ਸਵੇਰੇ ਸਵੇਰੇ ਧਿਆਨ ਲੱਗਦਾ। ਰਿਸ਼ੀ ਮੁਨੀਆਂ ਨੇ ਜੋ ਹਵਨ ਬਹੁਤ ਕਰਦੇ ਰਹੇ ਅਤੇ ਇਹ ਵੀ ਕਰਦੇ ਜੀ ਹਵਨ। ਜਿੱਥੇ ਹਵਨ ਕੀਤਾ ਜਾਂਦਾ ਜੀ ਇਹਨਾਂ ਦਾ ਹਵਨ ਕੁੰਡ। ਤਾਂ ਅਸੀਂ ਹਵਨ ਕੁੰਡ ਦੀ ਕਰ ਰਹੇ ਹਾਂ ਜੀ ਪਰਿਕਰਮਾ। ਅਤੇ ਇਹ ਹੈਗੇ ਜੀ ਆਪਣੇ ਲੋਹ ਪੁਰਸ਼ ਸਵਾਮੀ ਸਤਿਆਨੰਦ ਜੀ ਮਹਾਰਾਜ। ਜਗਤ ਗੁਰੂ ਮਹਾਰਿਸ਼ੀ ਦਯਾਨੰਦ ਜੀ ਸਰਸਵਤੀ। ਅਤੇ ਹੈਗੇ ਜੀ ਸੰਤ ਸ਼੍ਰੋਮਣੀ ਸਵਾਮੀ ਸਰਵਾਨੰਦ ਜੀ ਸਰਸਵਤੀ। ਅਤੇ ਇਹ ਉੱਪਰ ਸਲੋਕ ਲਿਖਿਆ ਹੈ ਜੀ ਇਹਨਾਂ ਨੇ। ਓਮ ਭੂਰਭੁਵः स्वः तत्सवितुर्वरेण्यं भर्गो देवस्य धीमहि धियो यो न प्रचोदयात्। ਤੋ ਬਹੁਤ ਹੀ ਸੁੰਦਰ ਵਾਤਾਵਰਨ ਜੀ ਇੱਥੋਂ ਦਾ। ਬਹੁਤ ਹੀ ਹਰਿਆਵਲ, ਬਹੁਤ ਹੀ ਜ਼ਿਆਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਇੱਕ ਅਸੀਂ ਆਸ਼ਰਮ ਦੇ ਵਿੱਚ ਵੇਖਦੇ ਹਾਂ ਉਹ ਹੀ ਹਿਸਾਬ ਇੱਥੇ ਹੀ। ਚਾਰੋਂ ਬੰਨੇ ਸ਼ੁੱਧ ਹਵਾ, ਸਭ ਕੁਝ ਸ਼ੁੱਧ ਜੇ। ਅਤੇ ਆਹ ਮਿੱਤਰੋ ਹੈਗੀ ਜੀ ਇਹਨਾਂ ਦੀ ਗਊਸ਼ਾਲਾ ਜੀ। ਅਤੇ ਆਪਾਂ ਗਊਸ਼ਾਲਾ ਵੇਖ ਹੀ ਸਕਦੇ ਹਾਂ ਜੀ। ਇਹ ਅੰਦਰੋਂ ਜੋ ਹੈ ਜੀ ਬੰਦ ਕੀਤੀ ਦੀ ਹੈ ਜੇ। ਅਤੇ ਆਪਾਂ ਤੁਹਾਨੂੰ ਬਾਹਰੋਂ ਹੀ ਦਿਖਾ ਰਹੇ ਹਾਂ ਜੀ। ਕਾਫੀ ਗਾਈਆਂ ਨੇ। ਅਤੇ ਇਹ ਦੋਸਤੋ ਜਿਹੜੀ ਜੋ ਜਿਨ੍ਹਾਂ ਚਵਨਪ੍ਰਾਸ਼, ਪੰਚਾਰਿਸ਼ਟ, ਸ਼ਹਿਦ, ਹਰਬਲ
ਹਵਨ ਸਮੱਗਰੀ ਇਹਨਾਂ ਦੇ ਜੋ ਵੀ ਸ਼ੈਂਪੂ ਸ਼ੂਪੂ ਇਹ ਇੱਥੇ ਹੀ ਇਹਨਾਂ ਦੇ ਤਿਆਰ ਕੀਤੇ ਜਾਂਦੇ ਹਨ। ਅਤੇ ਉੱਥੇ ਜਿਹੜੀਆਂ ਦੇਸੀ ਜਿਹੜੀਆਂ ਦਵਾਈਆਂ ਨੇ ਉਹ ਮਿਲਦੀਆਂ ਹਨ। ਹਰ ਪ੍ਰਕਾਰ ਦੀ ਇੱਥੋਂ ਜਿਹੜੀ ਦਵਾਈ ਆ ਉਹ ਤਿਆਰ ਕੀਤੀ ਜਾਂਦੀ ਹੈ ਅਤੇ ਦਿੱਤੀ ਜਾਂਦੀ ਹੈ ਜੀ। ਤੁਸੀਂ ਦੇਖ ਹੀ ਸਕਦੇ ਹੋ ਜੀ, ਮੁਕਤੀ ਬਸਮ, ਸ਼ੰਖ ਬਸਮ, ਮਕੋਕ ਬਸਮ, ਹਰ ਤਰੀਕੇ ਦੀ ਇਹਨਾਂ ਨੇ ਭਸਮ ਜਿਹੜੀਆਂ ਦੇਸੀ ਜੜੀ ਬੂਟੀਆਂ ਜਿਹੜੀਆਂ ਆਪ ਹੀ ਤਿਆਰ ਕਰਦੇ ਹਨ ਅਤੇ ਉਹਦਾ ਬਾਅਦ ਨੂੰ ਉਹਨਾਂ ਦੀ ਦਵਾਈ ਬਣਾ ਕੇ ਜੋ ਹੈ ਉਹ ਇੱਥੇ ਸਪਲਾਈ ਕੀਤੀ ਜਾਂਦੀ ਹੈ, ਬਾਹਰ ਵੀ ਜਾਂਦੀ ਹੈ ਇਹਨਾਂ ਦੀ ਦਵਾਈ। ਅਤੇ ਆਹ ਵੀਰ ਜੀ ਹੈਗੀ ਏ ਇਹਨਾਂ ਕੋਲ ਛੋਟੀ ਜਿਹੀ ਤਕੜੀ ਜਿਹਦੇ 'ਚ 5-5 ਜਾਂ 1-1 2-2 ਗ੍ਰਾਮ ਜਿਹੜੇ ਨੇ ਦਵਾਈਆਂ ਜਦੋਂ ਜੜੀ ਬੂਟੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਤੋਲਣ ਵਾਸਤੇ ਇਹਨਾਂ ਨੇ ਫਿਰ ਇੱਕ ਛੋਟੀ ਜਿਹੀ ਤਕੜੀ ਵੀ ਰੱਖੀ ਹੋਈ ਹੈ। ਅਤੇ ਇਹ ਹੈਗੀ ਜੀ ਉਹ ਤਕੜੀ। ਅਤੇ ਆਹ ਵੀਰ ਜੀ ਹੈਗੇ ਜੀ ਆਪਣਾ ਜੜੀ ਬੂਟੀਆਂ ਦਾ ਸਮਾਨ। ਅਤੇ ਆਹ ਵੀਰ ਜੀ ਹੈਗਾ ਜੀ ਉਹ ਹਾਲ ਜਿੱਥੇ ਜੜੀ ਬੂਟੀਆਂ ਜੋ ਆ ਤਿਆਰ ਕੀਤੀਆਂ ਜਾਂਦੀਆਂ। ਤੁਸੀਂ ਦੇਖ ਹੀ ਸਕਦੇ ਹੋ ਕਿ ਖਰਲ ਜਿਹੜੇ ਨੇ ਉਹ ਕਿੱਡੇ ਵੱਡੇ ਪਏ ਦੇ ਨੇ ਖਰਲ। ਅਤੇ ਇੱਥੇ ਹਰ ਤਰੀਕੇ ਦੀ ਜਿਹੜੀ ਜੜੀ ਬੂਟੀ ਹੈ ਤਿਆਰ ਕੀਤੀ ਜਾਂਦੀ ਹੈ ਜੀ। ਜਿਹੜੀਆਂ ਸਿਲਵਟਾ ਜੀ ਜਿਹੜਾ ਕਿ ਤਿਆਰ ਕੀਤੀ ਜਾਂਦੀ, ਇੱਥੇ ਪੀਸ ਪੂਸ ਕੇ ਦਵਾਈਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅਤੇ ਅੱਜ ਇੱਥੇ ਜੋ ਦਵਾਈਆਂ ਬਣਾਉਂਦੇ ਨੇ ਉਹ ਹੈਗੇ ਜੀ ਅੱਜ ਛੁੱਟੀ ਦੇ। ਅਤੇ ਇਸ ਵਾਸਤੇ ਹੁਣ ਅਸੀਂ ਤੁਹਾਨੂੰ ਫਿਰ ਕਿਸੇ ਦਿਨ ਕਵਰ ਕਰਕੇ ਦੱਸਾਂਗੇ ਕਿ ਦਵਾਈਆਂ ਇੱਥੇ ਜਿਹੜੀਆਂ ਕਿਸ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਕਿਉਂਕਿ ਇੱਥੇ ਆਗਿਆ ਤਾਂ ਨਹੀਂ ਹੈਗੀ, ਤੁਸੀਂ ਇਹ ਦੇਖ ਹੀ ਸਕਦੇ ਹੋ, ਬਿਨਾਂ ਆਗਿਆ ਪ੍ਰਵੇਸ਼ ਵਰਜਿਤ ਬਿਨਾਂ ਆਗਿਆ ਅੰਦਰ ਆਉਣਾ ਮਨਾ। ਪਰ ਫਿਰ ਵੀ ਅਸੀਂ ਅੱਜ ਸਵਾਮੀ ਜੀ ਕੋਲ ਥੋੜ੍ਹੀ ਜਿਹੀ ਇਜਾਜ਼ਤ ਲਈ ਸੀ ਅਤੇ ਚਲੋ ਅੱਜ ਅਸੀਂ ਤੁਹਾਨੂੰ ਵਿਖਾਉਣ ਵਾਸਤੇ ਕਿ ਸਵਾਮੀ ਜੀ ਨੇ ਕਿਰਪਾ ਕੀਤੀ ਹੈ ਜੀ। ਅਤੇ ਚਲੋ ਅਸੀਂ ਜੋ ਆ ਤੁਹਾਨੂੰ ਦਵਾਈਆਂ ਦਵਾਈਆਂ ਦੇ ਦਿਖਾ ਰਹੇ ਹਾਂ ਜੀ। ਇਹ ਦੇਖੋ ਜੀ, ਇਹ ਆਪਣਾ ਇਹ ਕਿਸ ਚੀਜ਼ ਦੀ ਦਵਾਈ ਹੈ ਜੀ? ਅੱਛਾ, ਇਹ ਉਹ ਦੱਸਣਗੇ। ਠੀਕ ਹੈ ਜੀ। ਇਹ ਖਰਲ ਦੇਖੋ ਜੀ ਕਿੱਡਾ ਵਧੀਆ। ਅਤੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਇਸ ਮੱਠ ਦੇ ਜਿਹੜੇ ਸਵਾਮੀ ਜੀ ਨੇ। ਅਤੇ ਆਪਾਂ ਹੁਣ ਕਰਾਂਗੇ ਸਵਾਮੀ ਜੀ ਉਹਨਾਂ ਦੇ ਨਾਲ ਗੱਲਬਾਤ ਅਤੇ ਉਹਨਾਂ ਤੋਂ ਜਾਣਾਂਗੇ ਮੱਠ ਦਾ ਇਤਿਹਾਸ ਕਦੋਂ ਦਾ ਬਣਿਆ ਆ। ਅਤੇ ਆਪਾਂ ਹੁਣ ਕਰਨੇ ਜੀ ਸਵਾਮੀ ਜੀ ਉਹਨਾਂ ਦੇ ਨਾਲ ਗੱਲਬਾਤ। ਨਮਸਕਾਰ ਸਵਾਮੀ ਜੀ। नमस्ते जी। ओम स्वस्ति पंथा मनुचरेम सूर्या चंद्रमसा विव पुनर्दत्ता गंता जानता संगमेम ही। ओम शांति शांति शांति। ओम। स्वामी जी की नाम जी अपना? मेरा नाम स्वामी सदानंद। ते मैं आपको संक्षेप रूप में थोड़ा सा मठ के बारे में बताना चाहूँगा। इस दयानंद मठ की स्थापना लौह पुरुष फील्ड मार्शल स्वामी स्वतंत्रानंद जी महाराज ने की। स्वामी स्वतंत्रानंद जी महाराज लुधियाना जिला गांव मोही जट सिख परिवार में पैदा हुआ बालक जिनका नाम था केर सिंह, और उन्होंने आकर के इस मठ की स्थापना की। उन्होंने अपने जीवन में 2 मठों की स्थापना की। आगे उनके शिष्य आए पूज्य स्वामी सर्वानंद जी महाराज, 2 मठों की उन्होंने स्थापना की। उसके बाद तीसरे उनके अनुयायी आए, फिर 2 मठों की उन्होंने स्थापना की। 5 मठ भारत भूमि पर हैं और 1 मठ अब नेपाल की भूमि पर है। हमारे जितने भी ये मठ हैं, इन मठों का लक्ष्य है सेवा, परोपकार, जनता जनार्दन, राष्ट्र भगत पैदा करना। और ये देखा जाए, जब मेरा देश गुलाम था और अंग्रेज़ हमारे देशवासियों को सचमुच राष्ट्र भगत जो थे उनको बहुत तंग किया करते थे। उनको छिपने का, उनकी रोटी पानी का कोई प्रबंध नहीं था। तो ये एक मठ इस जंगल के अंदर स्थापित किया था
ताकि मेरे देश भगत जो देश दीवाने उनको ठहरने की जगह मिल सके, उनको भोजन की व्यवस्था हो सके। सुभाष चंद्र बोस जब विदेश गए थे तो वो पहले यहीं रात को यहाँ ठहरे थे। यहाँ से फिर इनका भेष सीआईडी को पता लगा तो उनका भेष बदला और उनको हम बॉर्डर के पास एक गांव है मराड़ा, उस मराड़ा गांव में एक छोटा सा आर्य समाज मंदिर था टूटा सा, उसके अंदर उनकी रात गुजारी थी और वहाँ से उनका भेष बदला, उनको गडरिए का रूप बनाया, भेड़ बकरियाँ इकट्ठी की और वहाँ दरिया पार उनको यहाँ से किया था। अन्य भी जितने भी मेरे देश के देश भगत थे वो यहीं शरण लिया करते थे। पहले ये मठ इसलिए स्थापित किया था कि ताकि यहाँ देश भगत पैदा हों, देश को आज़ाद कराएं और उनकी देख रेख हो सके। उसके पश्चात देश आज़ाद हो गया, तब यहाँ संस्कृत विद्यालय खुला, फिर यहाँ फार्मेसी खुली, फिर दूसरा काम सेवा का चल पड़ा। तो यहाँ इस मठ का मुख्य लक्ष्य सेवा है। तो सेवा करना सुबह 8 बजे तक, 8 से लेकर के 12 बजे तक निःशुल्क औषधियाँ गेट के ऊपर बैठ कर के मैं स्वयं देता हूँ और दूर दराज से प्रांतों से बच्चे आकर के हम मुफ्त शिक्षा ग्रहण करते हैं। गुरु नानक देव यूनिवर्सिटी से डिग्री लेते हैं, शास्त्री की डिग्री लेते हैं। शास्त्री की डिग्री जो है वो बीए के समान है। तो यहाँ गुरु नानक देव यूनिवर्सिटी का सिलेबस यहाँ चलता है और बच्चे बड़े आराम से पढ़ते हैं। हम 50 बच्चे यहाँ रखते हैं। 50 बच्चों का भोजन का प्रबंध, कपड़ों का प्रबंध, पुस्तकों का प्रबंध, यूनिवर्सिटी की फीस का प्रबंध, सारा प्रबंध किया जाता है और बच्चे निःशुल्क यहाँ पर पढ़ाई है। हमारा लक्ष्य है कि आयुर्वेद का बढ़ावा, आयुर्वेद की औषधियाँ का बढ़ावा तभी होगा, आयुर्वेद को लोग तभी अपनाएंगे कि हमारी जो औषधियाँ हैं वो बिल्कुल शुद्ध हों और इसका व्यापारीकरण ना हो, उचित दामों पर लोगों को दी जाए। ये हमारा लक्ष्य है। इसी लक्ष्य को लेकर के मठ अपना कार्य कर रहा है। यही मठ नहीं, अन्य जो मठ हैं उन मठों के अंदर भी यही व्यवस्था है और इसी प्रकार का कार्य होता है। ये हमारे पूर्वजों ने इस संस्था को बनाया है, इस संस्था के नियमों को बनाया है और नियमों के आधार पर ये संस्था अपना कार्य कर रही है। ओम शांति शांति। ਤੇ ਸੋ ਗਾਇਸ ਅਸੀਂ ਅੱਜ ਸਵਾਮੀ ਜੀ ਉਹਨਾਂ ਨਾਲ ਮਿਲੇ, ਇਸ ਦੇ ਮੱਠ ਦੇ ਬਾਰੇ ਜਾਣਕਾਰੀ ਲਈ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਆਲ ਇੰਡੀਆ ਦੇ ਵਿੱਚ 5 ਮੱਠ ਨੇ ਤੇ ਇੱਕ ਮੱਠ ਜਿਹੜਾ ਆ ਉਹ ਆਪਣੇ ਨੇਪਾਲ ਦੇ ਵਿੱਚ ਜੇ। ਤੇ ਬਹੁਤ ਹੀ ਵਧੀਆ ਲੱਗਾ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਉਹਨਾਂ ਨੇ ਸਾਨੂੰ ਕਿ ਮੱਠ ਕਿਸ ਵਾਸਤੇ ਬਣਾਏ ਗਏ ਸੀ, ਕਿਸ ਤਰ੍ਹਾਂ ਬਣਾਏ ਗਏ ਸੀ। ਤੇ ਸਾਨੂੰ ਇਹ ਵੀ ਪਤਾ ਲੱਗਾ ਅੱਜ ਕਿ ਸੁਭਾਸ਼ ਚੰਦਰ ਬੋਸ ਵੀ ਜਿਹੜੇ ਉਹ ਇੱਥੇ ਆਏ ਸੀ ਤੇ ਇੱਥੋਂ ਫਿਰ ਮਰਾੜੇ ਗਏ, ਜਿਹੜੇ ਕਿ ਹਿਸਟਰੀ ਦਾ ਜਿਹੜਾ ਸਾਨੂੰ ਨਹੀਂ ਸੀ ਪਤਾ ਉਹ ਵੀ ਅੱਜ ਪਤਾ ਲੱਗਾ। ਤੇ ਬਹੁਤ ਹੀ ਵਧੀਆ ਸਾਨੂੰ ਜਿਹੜੀ ਆ ਉਹ ਜਾਣਕਾਰੀ ਦਿੱਤੀ ਜੀ ਸਵਾਮੀ ਜੀ ਉਹਨਾਂ ਨੇ। ਤੇ ਮੇਰੀ ਇਹ ਵੀਡੀਓ ਜਿਹੜੀ ਬਹੁਤ ਚੰਗੀ ਲੱਗੇਗੀ ਤੇ ਪਲੀਜ਼ ਇਹਨੂੰ ਜ਼ਰੂਰ ਵੇਖਿਓ। ਤੇ ਸੋ ਗਾਇਸ ਮੇਰੇ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ। ਤੇ ਹੁਣ ਦਿਓ ਮੈਨੂੰ ਇਜਾਜ਼ਤ ਤੇ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਤੇ। ਸੋ ਬਾਏ ਗਾਇਸ।